वाहेगुरु जी का खालसा वाहेगुरु जी की फतेह। चवर छत्र तख्तां दे मालक गुरता गद्दी ते सुभाईमान सतगुरु श्री गुरु ग्रंथ साहिब सच्चे पातशाह जी दे पावन चरनां नूं परसदे होए शाम दे दीवाना विच उत्साह दे नाल जुड़ बैठे हो। भागां भरिया अवसर गुरु कृपा सदका प्राप्त होया है। आओ इस वक्त नूं सफला बनाइए। चल रहे पावन प्रसंगां विचों आप जी ने सरवण कीता सी। गुरु नानक साहब सिद्धां दे नाल गोष्ठी कर रहे ने। कुछ सिद्धां नूं सतगुरां दे वचन सरवण करके समझ आ गई। कईयां दी मत अजे भी उसे थां ते ही है। पातशाह दा वचन सी क्यों मरै मंदा जीवै क्यों जुगत। दसो सिद्धो अंदरों बुराई नूं किवें मार दईए ते जिउण दी जुगत किवें सिखीए। इन्हां दा जवाब किसी सिद्ध कोल नहीं सी। आओ अज भी सतगुरु कृपा करदे आ। सुमेर पर्वत दीआं उच्चियां चोटियां ते जगत गुरु गुरु नानक साहिब किवें सिद्धां दा घमंड तोड़दे। आओ सुरत करके एकाग्रचित होइए। प्रेम दी पाओ सांझ बख्शो आसीस गज वज के आखो जी सतनाम श्री वाहेगुरु साहिब जी। सतनाम श्री वाहेगुरु साहिब जी। दोहरा सुन कै सिद्ध तूषण भये बोले बोर न कोई। दीना बंधु सतगुरु गुरु नानक पातशाह जी ने जिस वेले सिद्धां दे सामने धुर की बाणी उचारण कीती है। बोले भरथर सत स्वरूप परम तंत मह रेख ना रूप। जदों एक निरंकार दी गल करके समुची मानवता दी गल नूं दरकिनार कर दिता। क्योंकि मनुखता यूनीवर्स समुचा ब्रह्मंड जो भी संसार दे विच है ये ते रब दे वास्ते बड़ियां छोटियां छोटियां क्योंकि ये चीज़ां ने। इस करके सतगुरां ने सब नूं एक पासड़ करके एक निरंकार दा जिक्र कीता। जिस गल नूं कुछ सिद्धां ने जस्टिफाई भी किया, झुके भी ने, मन्निया भी है, उन्हें जानिया भी है भी ये करोड़ा सच है। जीवन में ऐसा सच किते नहीं आ सकता जे गुरु की कृपा ना हो। गुरु नानक साहब के वचनों द्वारा समझ आई है निरंकार कैसा है, रब किहो जा है, वो किवें मिलदा है। सच्चा मैं हारत नहीं समझत पे मन सोए। कुछ सिद्ध ते सतगुरां दे वचनां नूं मन रहे आ ते कुछ ऐसे आ जिहड़े हंकार दे तल ते जिउंदे आ भी असीं तां नहीं हारे। क्योंकि जित हार वाला बंदा जिंदगी च सुखी नहीं हो सकता। कदे उहनूं जितण दा चाह है ते कदे हारन दा गम है। वो स्टेबल कित्थे है। कुछ सिद्धां दे अंदर हौमे हंकार ईगो उदां ही खड़ी है। वो मन ही मन सोचते आ बाबा नानक
ਕੀ ਅਸੀਂ ਤੇਰੀਆਂ ਗੱਲਾਂ ਸੁਣ ਕੇ ਝੁਕ ਜਾਾਂਗੇ? ਤੂੰ ਕੌਣ ਹੈ ਸਾਨੂੰ ਝੁਕਾਉਣ ਵਾਲਾ? ਅਸੀਂ ਤੇ ਸੁਮੇਰ ਪਰਬਤਾਂ ਤੇ ਆ ਕੇ ਬੈਠ ਗਏ ਹਾਂ, ਦੁਨੀਆ ਦੀਆਂ ਉੱਚੀਆਂ ਚੋਟੀਆਂ ਤੇ ਬਰਫਾਂ 'ਚ ਜੀਵਨ ਬਸਰ ਕਰਦੇ ਹਾਂ। ਸਾਡੇ ਤੇ ਤੁਹਾਡੀਆਂ ਗੱਲਾਂ ਦਾ ਕੀ ਅਸਰ ਹੈ? ਮਨ ਹੀ ਮਨ ਇਹ ਸੋਚ ਕੇ ਉਹ ਘਮੰਡ ਕਰਕੇ ਬੈਠੇ ਨੇ। ਹੋਰ ਠਾ ਜੇ ਅਤ ਉਤਮ ਨਾਥ ਮਗਨ ਧਿਆਨ ਮੇ ਤਬ ਰਹੇ। ਕਵੀ ਜੀ ਆਖਦੇ ਆ, ਕਹਿੰਦੇ ਜਿਹੜੇ ਤੇ ਨਾਥ ਸਿੱਧ ਚੰਗੇ ਸਨ, ਜੀਵਨ ਕਰਕੇ ਉੱਚੇ, ਬੰਦਾ ਚੰਗਾ ਮਾੜਾ ਨਹੀਂ ਹੈ, ਉਹਦੇ ਵਿਚਾਰ ਹੀ ਚੰਗੇ ਨੇ ਤੇ ਵਿਚਾਰ ਹੀ ਮਾੜੇ ਨੇ। ਜੇ ਸਾਡੇ ਵਿਚਾਰ ਬੁਰੇ ਨੇ, ਅਸੀਂ ਭਾਵੇਂ ਕਿੱਡੀ ਵੱਡੀ ਜਾਤ ਚੋਂ ਹੋਈਏ ਤੇ ਕਿੱਡੇ ਵੱਡੇ ਰੁਤਬੇ ਤੇ ਕਿਉਂ ਨਾ ਹੋਈਏ ਦੁਨਿਆਵੀ ਪੱਧਰ ਤੇ, ਅਸੀਂ ਮਾੜੇ ਹੀ ਮਾੜੇ। ਜੇ ਸਾਡੇ ਵਿਚਾਰ ਚੰਗੇ ਹੋਣਗੇ, ਸਾਨੂੰ ਰੁਤਬਿਆਂ ਦੀ ਲੋੜ ਨਹੀਂ। ਅੱਤ ਦੀ ਗਰੀਬੀ ਦੇ ਵਿੱਚ ਬੈਠਾ ਬੰਦਾ ਵੀ ਮਹਾਨ ਹੈ, ਕਿਉਂਕਿ ਉਹਦੇ ਵਿਚਾਰ ਮਹਾਨ ਨੇ, ਉਹਦੀ ਸੋਝੀ ਵੱਡੀ ਹੈ। ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਕਈ ਸਿੱਧਾਂ ਨੇ ਅੰਦਰੋਂ ਅੰਦਰ ਜਾਣਿਆ ਵੀ ਸਾਨੂੰ ਝੁਕ ਜਾਣਾ ਚਾਹੀਦਾ ਹੈ, ਸਾਨੂੰ ਆਪਣਾ ਆਪ ਇਹਨਾਂ ਅੱਗੇ ਸੌਂਪਣਾ ਚਾਹੀਦਾ ਏ। ਬੋਲੇ ਤਿਨ ਕੇ ਸਾਥ ਸ਼੍ਰੀ ਗੁਰਮੋਦ ਬੜਾਏ ਕੈ। ਜਿਹੜੇ ਗਿਣਤੀ ਦੇ ਸਿੱਧ ਸਨ ਉਹ ਸਨ 5 ਜਾਂ 7। ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਸੰਨ ਹੋ ਕੇ ਉਹਨਾਂ ਨੂੰ ਆਖਣ ਲੱਗੇ ਵੀ ਗੁਰਮੁਖੋ ਤੁਸੀਂ ਇੱਕ ਪਾਸੇ ਆ। ਬਿਠਾ ਲਿਆ। ਹੰਕਾਰ ਦੇ ਭਰੇ ਪਰਬਤਾਂ ਦੀਆਂ ਸ਼੍ਰਿੰਖਲਾ ਤੇ ਉਦਾਂ ਹੀ ਬੈਠੇ ਆ। ਸਤਿਗੁਰੂ ਉਹਨਾਂ ਨੂੰ ਕੋਲ ਬਿਠਾ ਕੇ ਬੜੇ ਅਦਬ ਤੇ ਪ੍ਰੇਮ ਦੇ ਨਾਲ ਕੁਝ ਆਖਣ ਲੱਗੇ ਨੇ। ਕਬਿਤ ਆਸਨ ਕੋ ਲਾਏ ਬੈਸਿਓ ਆਸ ਨਜ਼ਦੀਕੇ ਵਿੱਚ। ਗੁਰੂ ਬਾਬਾ ਜੀ ਹੱਸ ਕੇ ਕਹਿੰਦੇ ਆ, ਸਿੱਧੋ ਆਸਣ ਲਾ ਕੇ ਬੈਠੇ ਹੋ ਪਰ ਆਸ ਕੋਈ ਨਹੀਂ। ਆਸਣ ਇਹਦਾ ਅੰਤਰੀਵ ਅਰਥ ਹੈ ਜ਼ਿੰਦਗੀ 'ਚ ਮਾਣ ਕਰੀ ਫਿਰਦੇ ਆ, ਮੈਂ ਬਹੁਤ ਸਿਆਣਾ, ਸਭ ਕੁਝ ਮੇਰਾ, ਮੈਂ ਚੰਗਾ ਬੜਾ। ਪਰ ਇਹ ਪਤਾ ਹੈ ਵੀ ਇੱਕ ਘੜੇ ਦੀ ਵੀ ਬੁਨਿਆਦ ਹੈ, ਉਹਦਾ ਵੀ ਪਤਾ ਵੀ 2-4 ਸਾਲ ਕੱਟ ਜਾਊ। ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਣਕਾ। ਸਾਹਿਬ ਕਹਿੰਦੇ ਕੀ ਪਤਾ ਇਸ ਭਾਂਡੇ ਸਰੀਰ ਦਾ, ਇਹ ਝਟ ਹੈ ਤੇ ਪਲ ਨਾ ਹੋਵੇ। ਇੱਕ ਸਾਹ ਆਇਆ ਦੂਜਾ ਆਵੇ ਨਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਪੁੱਛਦੇ ਕਿ ਆਸਣ ਤੇ ਲਾ ਕੇ ਬਹਿ ਗਏ ਹੋ, ਆਸ ਇੱਕ ਪਲ ਦੀ ਨਹੀਂ, ਆਸ ਇੱਕ ਪਲ ਦੀ ਨਹੀਂ, ਪਰ ਅਸੀਂ ਆਸਾਂ ਲਾਈਆਂ ਧੀਆਂ ਪੁੱਤਾਂ ਪੋਤਰੇ ਪੜਪੋਤਰਿਆਂ ਦਾ, ਸਾਹ ਇੱਕ ਦਾ ਨਹੀਂ ਪਤਾ। ਬਾਣੀ ਲਿਖਦੀ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਲ ਨਾ ਜਾਣਾ। ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਤੇ ਇੱਕ ਸਾਹ ਦੇ ਬੰਦੇ ਆ। ਸਾਹ ਆ ਗਿਆ ਤੇ ਬੰਦੇ ਆ, ਤੇ ਸਾਹ ਨਿਕਲ ਗਿਆ ਤੇ ਮੁਰਦੇ ਆ। ਪਰ ਕਹਿੰਦੇ ਆਸਾਂ ਵੱਡੀਆਂ ਲਾਈਆਂ। ਫਿਰ ਸਾਹਿਬਾਂ ਨੇ ਬਾਣੀ ਵਿੱਚ ਲਿਖਿਆ, ਭਗਤਾਂ ਨੇ, ਜਿੱਤੇ ਆਸਣ ਹਮ ਵੈਸੇ ਕੀਤੇ ਵੈਸ ਗਿਆ। ਹੁਣ ਆਸਣ ਦਾ ਜੇ ਅਰਥ ਕਰੀਏ ਦੁਨਿਆਵੀ ਪੱਧਰ ਤੇ ਬੈੱਡ ਹੈ ਜਿੱਥੇ ਬੈਠ ਰਹੇ ਹਾਂ, ਪਰ ਅੰਤਰੀਵ ਭਾਵ ਆਸਣ ਉਹ ਕਿਹੜਾ ਹੈ? ਗੁਰੂ ਬਾਬਾ ਜੀ ਕਹਿੰਦੇ ਤੁਸੀਂ ਮੰਨੀ ਬੈਠੇ ਹੋ ਦੁਨੀਆ ਤੇ ਅਸੀਂ ਸਦਾ ਰਹਿਣਾ, ਸਾਡੀਆਂ ਹਜ਼ਾਰਾਂ ਸਾਲਾਂ ਦੀਆਂ ਉਮਰਾਂ ਹੋ ਗਈਆਂ। ਸਾਹਿਬ ਕਹਿੰਦੇ ਆਸਣ ਤੇ ਪੱਕੇ ਲਾ ਲਏ ਪਰ ਆਸ ਕੋਈ ਨਹੀਂ। ਆਸ ਤੇ ਇੱਕ ਸਾਹ ਦੀ ਵੀ ਨਹੀਂ, ਆਉਣਾ ਹੈ ਜਾਂ ਨਹੀਂ ਆਉਣਾ। ਐਸੇ ਘੁੱਗੂ ਨਾਥ ਸੰਗ ਬੋਲੇ ਹੈ ਸੁਣਾਈ ਕੈ। ਸਿੱਧਾਂ ਦੇ ਗੁਰੂ ਗੋਰਖਨਾਥ ਇਹਨਾਂ ਬਚਨਾਂ ਨੂੰ ਸੁਣ ਕੇ ਬੜੇ ਪ੍ਰਸੰਨ ਨੇ, ਪਰ ਚੁੱਪ ਨੇ। ਉਹ ਜਾਣਦੇ ਆ ਵੀ ਜੇ ਬਾਕੀਆਂ ਨੂੰ ਮਾਤਾ ਦੀ ਅਕਲ ਆ ਜੇ ਤੇ ਹੋਰ ਕੀ ਚਾਹੀਦਾ। ਸਤਿਗੁਰਾਂ ਨੇ ਇਸ਼ਾਰਾ ਕੀਤਾ ਹੈ ਸਿੱਧ ਘੁੱਗੂ ਨਾਥ ਵੱਲ। ਨਾਮ ਕਰਕੇ ਘੁੱਗੂ ਹੈ, ਪਰ ਅਵਸਥਾ ਕਰਕੇ ਅੰਤਾਂ ਦਾ ਸਿਆਣਾ, ਚੜ੍ਹਦੀ ਕਲਾ। ਸਤਿਗੁਰ ਕਹਿੰਦੇ ਦੱਸ ਕਿਹੜੇ ਆਸਣ ਤੇ ਬੈਠੇ? ਕਿਉਂ ਪੁੱਛਦੇ ਆ? ਅੰਦਰ ਜਗਾਉਣ ਵਾਸਤੇ। ਉਹਨੂੰ ਸਮਝ ਆਵੇ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ। 99% ਲੋਕ ਦੁਨੀਆ ਤੇ ਤੁਰੇ ਫਿਰਦੇ ਨੇ, ਆਪਣੀ ਜ਼ਿੰਦਗੀ ਦਾ ਮਕਸਦ ਕਿਸੇ ਕੋਲ ਨਹੀਂ। ਕਿਸੇ ਨੌਜਵਾਨ ਨੂੰ ਪੁੱਛੋ, ਕਹਿੰਦੇ ਬਸ ਮੇਰੀ PR ਹੋ ਜੇ, ਪੱਕਾ ਹੋ ਜਾ, ਫਿਰ ਵਿਆਹ ਹੋ ਜੇ, ਫਿਰ ਚੁੱਪ। ਕਿਸੇ ਬਜ਼ੁਰਗ ਨੂੰ ਪੁੱਛੋ ਵੀ ਤੇਰੀ ਜ਼ਿੰਦਗੀ ਦਾ ਮਕਸਦ ਕੀ? ਉਹ ਕਹਿੰਦਾ ਹੁਣ ਮਕਸਦ ਲੈਸ ਜ਼ਿੰਦਗੀ ਹੋ ਗਈ, ਪੁੱਤ ਵਿਆਹ ਦੇਣੇ ਆ, ਅੱਗੇ ਜੋ ਮਰਜ਼ੀ ਕਰਨਾ, ਪਰ ਮਕਸਦ ਅਜੇ ਵੀ ਨਹੀਂ ਪਤਾ।
99% लोग अपना मकसद नहीं जानते। असी दुनिया ते क्यों आए हैं, साडे आउण दा कारण की सी। कई बार आप हसते होंगे, सानू हसण दा कारण नहीं पता होंदा। कदे कदाई इकल्ले बह के बंदा रोंदा है, वो सोचदा यार रो क्यों रहा मैं। लोकी पुछदे की होया, कहंदा होया ते कुछ नहीं, बस मन उदास है, मूड सैड है। क्यों है नहीं पता। वो की है, अंतशिकरण दे विच पए विचार जन्मा जन्मां दे कई वार सामने आ जाते। कोई पिछले कर्म का पिछले जन्म का विचार दुख वाला सी, अगे आ गया पता सानू है नहीं मैं दुखी क्यों हाँ, पर दुखी हाँ। कई बार इदा होंदा है, बेवजह ही खुश होने आ। लोग पुछते अज तैनू किहड़ा चा चढ़िया, तू क्यों खुश होया फिरदा है। कहंदा बस पुछो ना, अज जो काम कहोगे उही कर दूँ, जो मंगोगे खुआ देंगा। पर खुश क्यों है नहीं पता। इसे करके सतगुर पुछदे आ, घुग्गूनाथ जी जिंदगी का आसन लाई बैठे हो, आस ते एक पल दी नहीं, आसां कादियां ने, कादियां आसां ने। दुनिया दुखी क्यों है, असीं एक दूजे तो आस लाई हुई है। पति ने पत्नी तो, पत्नी ने पति तो, भैन ने भरा तो, पुत ने मापियां तो, मापियां ने बच्चियां तो, आसां ही बन्नी फिरदियां ने। सतगुरु कहते तुसी ते इत्थे बैठे हो ना, तुहाडा परिवार राज भाग परिवार छड्ड के तुसी सुमेर पर्वत दीयां बर्फां विच गल रहे हो। जे सब कुछ छड्ड के भी अंदर आसां तुरियां फिरदियां ने, इच्छावां तुरियां फिरदियां ने, फिर तुहाडा आसन टिका वाला नहीं है। आपां पए आ, मान लो सौण वास्ते कंबल ओढ़ लिया, हुण सोच लिया भी आपां अज नहीं उठना, रात के 12 बजे सौ जाइए, पर मन च ख्याल आउंदे आ, उठ के छोटी लाइट बंद करते हैं, उठ के रूम हीटर बंद करते हैं, सोचदा फोन चार्ज ला दे, नींद नहीं ना आएगी क्योंकि आसां ते ख्याल चल रहे हैं। ख्यालां करके मनुख किते टिक के बहिंदा नहीं। गुरु नानक साहब ने पूछ लिया, कहंदे तुसी किवें टिके होए हो। पर्वत दीयां श्रृंखलां ते जिथे ऑक्सीजन नहीं है, जिथे साह नहीं है, हज़ारां मीटर ऊंचे पहाड़ हैं, हिमालया दे सुमेर पर्वत। गुरु साहब कहंदे टिके बैठे, ओदा राज दसो। मौन कैसे सादे कौन मत के आराधी तुम। साहब कहंदे केड़ी मत केड़ी अकल नूं आराधदा है, किनू रब मनदा है तू, ते चुप किवें बैठा है। मौनी होया बैठा है, साइलेंट है, बोलदा नहीं। घुग्गूनाथ महाराज दे बचनां नूं सुनी जावे, ये बड़ी चढ़दी कला वाला सिद्ध है। जिवें भरथरी जी हो गए, गोरखनाथ हो गए, मंगलनाथ, गोपी चंद, इन्हां विच नाम आउंदा है। ते गुरु साहब ने पुछी इहनूं है, बाकी ते हंकार दे भरे बैठे हल, असीं की लेना बाबे नाल, सानूं की लोड़ है, असीं महान अपने घरे। पर इह नीवें सी मन करके। सतगुरु कहंदे किहड़ी मत दी आराधना करदा है, किस धर्म नूं मनदा है। मैं पहलां भी बेनती कीती आ भी सिद्ध भी आपो अपने मत दे ने। कोई किसे देश तो आया है, किसी नूं मनदा है, कोई किसे तो प्रभावित है, कोई किसे तो है। गुरु साहब ने 3-4 सवाल इकट्ठे कीते, कादे लई कीते आ, ओदी सुरत जगाउण वास्ते, उन्होंने अपने जीवन का मकसद अज समझिया जावे। उत्तर ना कहियो सुनियो मन ते उठाए के। गुरु नानक साहब महाराज का सवाल सुन के घुग्गूनाथ ने जवाब ही ना दिता, कोई चुप रहा। साहब फिर बोले, कहते सिद्धनाथ जी उत्तर नहीं आया, की गल मन परेशान है, मन च टिका नहीं कोई, आनंद नहीं कोई। सतगुरां दे वचनां नूं सुन के ना अखां चों हंझू आ गए। क्यों? अज तक मैनू मेरे जिउण दा मकसद किसी ने नहीं पुछिया। कदे अपने आप नूं पुछियो जी, आपां सारे आ। मैं कहना मैनू मेरा परिवार बड़ा प्यार करदा है, हरेक कहंदा है, मेरे रिश्तेदार मेरे यार दोस्त मैनू बहुत लाइक करते, बड़ा प्यार करते आ। सच्ची दस्सिओ, तुहाडे किसे मित्र ने, किसे धी पुत ने तुहाडे जिउण दा मकसद पुछिया कदे? तुसी क्यों जिउ रहे हो, किस आसरे जी रहे हो, तुसी की कुछ करना चाहुंदे हो, तुहानू किहड़ियां किहड़ियां जरूरतां ने, कोई नहीं पुछदा। सब इदां कहंदे मेरे अनुसार चलिया कर, जिवें तैनू मैं कहा उवें करिया कर। जे तू मेरे मुताबिक नहीं चलेगा, मेरा तेरे नाल रिश्ता कोई नहीं। कदे किसी ने इदां कहा भी तू अपनी जिंदगी च आज़ाद रह, कुछ भी कर, मैनू दुख नहीं, मैनू एतवार है तेरे ते, भरोसा है तेरे ते, क्योंकि मैनू पता तेरे जिउण दा मकसद खुश रहना है।
ਅਸੀਂ ਕਿਸੇ ਨੂੰ ਰਹਿਣ ਦਿੱਤਾ ਜੀ ਖੁਸ਼? ਨਹੀਂ। ਅਸੀਂ ਆਪਣਿਆਂ ਨੂੰ ਖੁਸ਼ ਨਹੀਂ ਰਹਿਣ ਦਿੱਤਾ ਤੇ ਬਗਾਨਿਆਂ ਨੂੰ ਕਿੱਥੋਂ ਕਰਾਂਗੇ? ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਚੁੱਪ ਬੈਠਾ ਏ, ਉਦਾਸ ਬੈਠਾ ਏ, ਜਵਾਬ ਕਿਉਂ ਨਹੀਂ ਦਿੰਦਾ? ਆਛੋ ਲਾਗੇ ਦਰਸ਼ਨ ਮਰਮ ਨਾ ਜਾਣਿਓ ਜਾਏ। ਗੁਰੂ ਨਾਨਕ ਸਾਹਿਬ ਨੂੰ ਹੱਥ ਜੋੜ ਕੇ ਕਹਿੰਦਾ ਉਹ ਰੱਬਾ ਮੇਰਿਆ, ਤੇਰੇ ਦਰਸ਼ਨ ਮੈਨੂੰ ਚੰਗੇ ਲੱਗਦੇ ਆ। ਇੱਥੇ ਬਹਿ ਜਾ ਯਾਰ। ਤੇਰੇ ਦਰਸ਼ਨ ਮੈਨੂੰ ਚੰਗੇ ਲੱਗਦੇ ਆ, ਮੈਨੂੰ ਸਤਿਗੁਰੂ ਭੇਦ ਹੀ ਨਹੀਂ ਮੈਂ ਕੌਣ ਆ। ਇਹ ਬੜੇ ਗਹਿਰੇ ਸਵਾਲ ਆ। ਭੇਦ ਨਹੀਂ ਮੈਨੂੰ, ਮੈਂ ਕੌਣ ਆ? ਮੈਂ ਕਹਿੰਦਾ ਸਾਨੂੰ ਤੇ ਸਾਰਾ ਕੁਝ ਪਤਾ, ਤੂੰ ਕੌਣ ਹੈ? ਤੇਰੇ ਪੇਕੇ ਕਿੱਥੇ, ਤੇਰੇ ਸਹੁਰੇ ਕਿੱਥੇ, ਤੇਰਾ ਪਿੰਡ ਕਿੱਥੇ, ਤੇਰੇ ਮਿੱਤਰ ਕੌਣ ਨੇ, ਸਾਨੂੰ ਸਾਰਾ ਪਤਾ ਹੈ। ਪਰ ਇਹ ਪਤਾ ਨਹੀਂ ਮੈਂ ਕੌਣ, ਕਿੱਥੋਂ ਆਇਆ, ਮੈਂ ਕਿੱਥੇ ਜਾਣਾ? ਨਹੀਂ, ਬਿਲਕੁਲ ਨਹੀਂ ਪਤਾ। ਗੁਰੂ ਨਾਨਕ ਸਾਹਿਬ ਦੇ ਸਾਹਮਣੇ ਅੱਖਾਂ 'ਚ ਹੰਝੂ ਆ ਗਏ। ਕਹਿੰਦਾ ਬਾਬਾ ਤੇਰੇ ਦੀਦਾਰ ਕਰਕੇ, ਤੇਰੇ ਦਰਸ਼ਨ ਕਰਕੇ ਸੱਜਣਾ ਮੇਰੀ ਜ਼ੁਬਾਨ ਬੇਜ਼ੁਬਾਨ ਹੋ ਗਈ। ਆਖੋ ਸਤਿਨਾਮ। ਮੈਨੂੰ ਨਹੀਂ ਪਤਾ ਮੈਂ ਕੀ ਬੋਲਣਾ। ਪ੍ਰੇਮ ਕਿਹਨੂੰ ਕਹਿੰਦੇ ਆ? ਪਿਆਰ ਤੇ ਪ੍ਰੇਮ ਦੀ ਇੱਕ ਫਿਤਰਤ ਹੈ, ਇੱਕ ਨਿਸ਼ਾਨੀ ਹੈ। ਤੁਸੀਂ ਜਿਸ ਸੱਜਣ ਨੂੰ ਪ੍ਰੇਮ ਕਰਦੇ ਹੋ, ਭਾਵੇਂ ਤੁਹਾਡਾ ਰਿਸ਼ਤੇਦਾਰ ਹੈ, ਦੂਰ ਪਾਰ ਹੈ, ਕੋਈ ਵੀ ਹੈ, ਤੁਸੀਂ ਬੜਾ ਕੁਝ ਸੋਚਦੇ ਹੋ, ਇਮੈਜਿਨ ਵੀ ਕਰਦੇ ਹੋ ਮਨ ਦੇ ਵਿੱਚ ਵੀ ਜਦੋਂ ਉਹ ਮਿਲਿਆ ਆਹ ਕਹਿਣਾ, ਉਹ ਮਿਲੇਗਾ ਆਹ ਆਖਣਾ, ਤੇ ਜਦੋਂ ਸਾਹਮਣੇ ਬਹਿ ਜਾਂਦਾ ਹੈ ਭੁੱਲ ਜਾਈਦਾ ਸਾਰਾ ਕੁਛ। ਡਰ ਹੀ ਇੰਨਾ ਹੁੰਦਾ ਹੈ, ਹਿੰਮਤ ਨਹੀਂ ਪੈਂਦੀ। ਇਹ ਹੈ ਸੱਚੇ ਪ੍ਰੇਮ ਦੀ ਨਿਸ਼ਾਨੀ। ਜਦੋਂ ਰੱਬ ਆਪਣੇ ਪਿਆਰਿਆਂ ਦੇ ਸਾਹਮਣੇ ਬਹਿ ਕੇ ਪੁੱਛਦਾ ਹੈ ਮੰਗੋ ਕੁਝ, ਦੱਸੋ ਕੁਝ, ਉਹ ਕਹਿੰਦੇ ਰੱਬਾ ਤੇਰੇ ਦੀਦਾਰ ਹੋ ਗਏ, ਤੁਸੀਂ ਸਾਹਮਣੇ ਆ ਗਏ ਹੋ, ਚਾਹਤੀ ਕੋਈ ਨਹੀਂ। ਆਖੋ ਸਤਿਨਾਮ। ਉਹ ਪ੍ਰੇਮ ਕਾਹਦਾ ਜੇ ਸੱਜਣ ਦੇ ਸਾਹਮਣੇ ਦੁਨੀਆ ਚੇਤੇ ਰਹਿ ਗਈ, ਸ਼ਿਕਵੇ ਚੇਤੇ ਰਹਿ ਗਏ, ਖਿਆਲ ਚੇਤੇ ਰਹਿ ਗਏ, ਮਤਲਬ ਪ੍ਰੇਮ ਨਹੀਂ, ਵਕਤ ਦੀ ਬਰਬਾਦੀ ਸੀ। ਗੁਰੂ ਨਾਨਕ ਸਾਹਿਬ ਦੇ ਸਾਹਮਣੇ ਇੰਨੇ ਸਿੱਧ ਬੈਠੇ ਆ। ਗੁਗੂਨਾਥ ਰੋ ਕੇ ਕਹਿੰਦੇ ਬਾਬਾ ਤੇਰੇ ਦਰਸ਼ਨਾਂ ਦੀ ਤਾਂਘ ਸੀ, ਮੈਂ ਕੀ ਬੋਲਾਂ, ਮੈਂ ਆਪਣਾ ਆਪ ਹੀ ਤੁਹਾਨੂੰ ਸੌਂਪ ਦਿੱਤਾ ਏ। ਬੋਲੇ ਬਿਨ ਕੈਸੇ ਜਾਣੈ, ਕਹੀਏ ਬੁਝਾਈ ਕੈ। ਗੁਰੂ ਨਾਨਕ ਸਾਹਿਬ ਬੜੇ ਪਿਆਰ ਚ ਆ ਕੇ ਕਹਿੰਦੇ ਪਿਆਰਿਆ ਜਦ ਤੱਕ ਬੋਲ ਕੇ ਨਹੀਂ ਦੱਸੇਗਾ ਤੇਰਾ ਮਰਮ ਕਿੱਥੋਂ ਜਾਣਾਂਗੇ। ਦੱਸੋ ਜੀ ਦੁਨੀਆ ਤੇ ਕੋਈ ਐਸਾ ਡਾਕਟਰ ਹੈ, ਤੁਸੀਂ ਜਾ ਕੇ ਕੋਲ ਬਹਿ ਜਾਓ ਵੀ ਦੇ ਦਵਾਈ ਹੋਏ ਦੇ ਦੋ, ਸਿੰਪਟਮ ਪੁੱਛੂ ਤੁਹਾਡੇ ਤੋਂ। ਜੇ ਸਿਰ ਦੁਖਦਾ ਹੈ ਕਿਸ ਵੇਲੇ ਦੁਖਦਾ ਹੈ, ਕਿੰਨਾ ਕੁ ਦਰਦ ਕਰਦਾ ਹੈ, ਕਿਹੜੇ ਪਾਸੇ ਤੋਂ ਕਰਦਾ ਹੈ, ਦਰਦ ਕਿਹੋ ਜਾਏ, ਫਿਰ ਉਹ ਆਪਣਾ ਹਿਸਾਬ ਲਾਉਂਦਾ ਵੀ ਇਹਨੂੰ ਇਹ ਪ੍ਰੋਬਲਮ ਹੋ ਸਕਦੀ, ਆਹ ਫਲਾਣਾ ਸਕੈਨ ਕਰਾ ਲਾ, ਆਹ ਮੈਡੀਸਨ ਸ਼ੁਰੂ ਕਰ ਲਾ, 2 ਦਿਨ ਛੱਡ ਕੇ ਮੇਰੇ ਕੋਲ ਆ ਜੀ, 4 ਦਿਨ ਛੱਡ ਕੇ ਮੇਰੇ ਕੋਲ ਆ ਜੀ। ਉਹਨੇ ਕੀਤਾ ਤੁਹਾਡੇ ਤੇ ਐਕਸਪੈਰੀਮੈਂਟ ਵੀ ਆਹ ਦਵਾਈ ਇਹਨੂੰ ਦੇਤੀ ਹੈ, ਜੇ ਹੋਇਆ ਸਰਵਾਈਕਲ ਤਾਂ ਠੀਕ ਹੋ ਜੂ, ਹੋਇਆ ਮਾਈਗ੍ਰੇਨ ਤਾਂ ਵੀ ਪਤਾ ਲੱਗ ਜੂ, ਜੇ ਕੁਝ ਹੋਰ ਹੋਇਆ ਤੇ ਸਕੈਨ ਬੋਲੋ ਵੀ ਆਹ ਪ੍ਰੋਬਲਮ। ਪਰ ਦੱਸਿਆ ਤੇ ਤੁਸੀਂ ਆ ਨਾ। ਦੁੱਖ ਦੀ ਮੇਰੀ ਲੱਤ ਹੋਵੇ, ਦੁੱਖ ਦਾ ਮੇਰਾ ਦਮ ਦਾ, ਤੇ ਮੈਂ ਡਾਕਟਰ ਨੂੰ ਜਾ ਕੇ ਆਖਾਂ ਡਾਕਟਰ ਸਾਹਿਬ ਇਧਰੋਂ ਸਿਰ ਦੁਖਦਾ ਹੈ, ਉਹਨੇ ਤੇ ਉਹਦੀ ਦਵਾਈ ਲਿਖ ਦੇਣੀ ਹੈ। ਦਿਲਾਂ ਦਾ ਭੇਦ, ਦਿਲਾਂ ਦਾ ਦਰਦ ਕੌਣ ਜਾਣਦਾ ਹੈ? ਇੱਕ ਰੱਬ ਤੋਂ ਬਿਨਾਂ ਕੋਈ ਨਹੀਂ ਜਾਣਦਾ। ਆਪਾਂ ਸਾਰੇ ਬੈਠੇ ਹਾਂ, ਸਾਨੂੰ ਕੀ ਪਤਾ ਸਾਡੇ ਦਿਲ 'ਚ ਕਿਸੇ ਲਈ ਕੀ ਚੱਲਦਾ ਹੈ। ਲੱਖ ਅਸੀਂ ਇੱਕ ਦੂਜੇ ਨਾਲ ਬਹਿ ਕੇ ਚਾਹ ਪੀਏ, ਅੰਦਰੋਂ ਥੋੜੀ ਕੋਈ ਜਾਣਦਾ ਹੈ ਵੀ ਤੇ ਇੱਟ ਕੁੱਤੇ ਦਾ ਪੈਰ ਹੈ, ਉੱਤੋਂ ਤੇ ਹਾਂਜੀ ਹਾਂਜੀ ਕਰਦੇ ਫਿਰਦੇ, ਨਹੀਂ ਜਾਣਦਾ ਨਾ। ਗੁਰੂ ਬਾਬਾ ਜੀ ਕਹਿੰਦੇ ਜਦ ਤੱਕ ਬੋਲ ਕੇ ਨਹੀਂ ਦੱਸੇਗਾ ਤੇਰਾ ਦਰਦ ਕਿੱਥੋਂ ਜਾਣਾਂਗੇ। ਸਾਨੂੰ ਕੀ ਪਤਾ ਹੈ ਤੂੰ ਕਿਉਂ ਉਦਾਸ ਬੈਠਾ ਏ। ਦੇਖੋ ਕਿੱਡੀ ਡਾਢੀ ਰਮਜ ਗੁਰੂ ਨਾਨਕ ਸਾਹਿਬ ਛੇੜ ਰਹੇ, ਕਿੰਨੀ ਡਾਢੀ। ਜੇ ਉਹਨੇ ਕਹਿਤਾ ਬਾਬਾ ਮੈਨੂੰ ਆਹ ਦੁੱਖ ਹੈ, ਆਹ ਦੁੱਖ ਹੈ, ਮਤਲਬ ਉਹਨੇ ਫਿਰ ਸਾਰ ਨਹੀਂ ਜਾਣੀ, ਫਿਰ ਤੇ ਸਮਝੇ ਕੁਛ ਨਹੀਂ। ਤੇ ਜਿਹਨੇ ਸਮਝ ਲਿਆ ਉਹਨੇ ਕਹਿ ਦਿੱਤਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਰੱਬਾ ਮੇਰੇ ਕੋਲ ਗਿਆਨ ਧਿਆਨ ਹੀ ਨਹੀਂ, ਮੈਂ ਸਮਝਾਂ ਕੀ ਸਮਝਾਵਾਂ, ਕੀ ਤੈਨੂੰ ਜਾਣਾ ਕਿਵੇਂ, ਤੂੰ ਕਿੱਡਾ ਵੱਡਾ। ਗੁਰੂ ਬਾਬਾ ਜੀ ਦੇ ਸਾਹਮਣੇ ਸਿੱਧਾਂ ਦੀ ਉਸ ਮੰਡਲੀ ਵਿੱਚ ਗੁਗੂਨਾਥ ਨੇ ਹੱਥ ਜੋੜੇ, ਬਾਬਾ ਕੀ ਬੋਲਾਂ, ਸੁਝਦਾ ਨਹੀਂ ਕੁਛ। ਸਤਿਗੁਰ ਕਹਿੰਦੇ ਬੋਲ ਕੇ ਦੱਸ ਤਾਂ ਹੀ ਕੁਝ ਜਾਣਾਂਗੇ। ਬੋਲਿਓ ਗੁਰੂ ਨਾਨਕ ਸੋ ਬਚਨ ਬਿਲਾਸ ਨੀਕੇ,
ਜਾਣ ਅਵਤਾਰ ਰਿਦੇ ਬੋਹਰ ਖਾਏ ਕੈ। ਕਹਿੰਦਾ ਸਤਿਗੁਰੂ ਮੈਂ ਆਪਣੇ ਬਾਰੇ ਕੁਝ ਨਹੀਂ ਜਾਣਦਾ ਤੇ ਨਾ ਹੀ ਮੈਂ ਜਾਣਨਾ ਚਾਹੁੰਦਾ। ਆਖੋ ਸਤਿਨਾਮ। ਕਿਉਂ ਨਹੀਂ ਜਾਣਨਾ ਚਾਹੁੰਦਾ? ਬੜਾ ਵੱਡਾ ਰਾਜ ਹੈ। ਕਹਿੰਦਾ ਜੀ ਤੁਹਾਡੇ ਬਚਨ ਸੁਣ ਲਏ, ਆਨੰਦ ਆ ਗਿਆ, ਤੁਹਾਡੇ ਦੀਦਾਰ ਕਰ ਲਏ, ਰਸ ਆ ਗਿਆ, ਮੈਂ ਇੰਨਾ ਕੁ ਜਾਣ ਗਿਆ ਵੀ ਤੁਸੀਂ ਰੱਬ ਹੋ। ਜਦ ਮੈਂ ਸਜਣਾ ਤੈਨੂੰ ਜਾਣ ਲਿਆ ਤੇ ਮੈਨੂੰ ਖੁਦ ਨੂੰ ਜਾਣਨ ਦੀ ਲੋੜ ਕੀ ਹੈ? ਕੋਈ ਵੀ ਚੀਜ਼ ਹੈ, ਮੰਨ ਲਓ ਸੌਖਾ ਸਮਝਣ ਲਈ ਤੁਹਾਨੂੰ ਕੋਈ ਪ੍ਰੋਡਕਟ ਸਵਾਦ ਲੱਗਦਾ, ਟੇਸਟੀ ਲੱਗਦਾ, ਰੱਜ ਰੱਜ ਖਾਣੇ ਹੋ, ਤੇ ਜਿੱਦਾਂ ਉਹਦੀ ਰੈਸਪੀ ਸਿੱਖ ਲਈ ਨਾ ਘਰੇ ਬਣਾਉਣੀ, ਮਾਫ ਕਰਿਓ, ਟੇਸਟ ਖਤਮ ਹੋ ਜਾਣਾ। ਫਿਰ ਕੀ ਹੋਊਗਾ? ਅੱਜ ਆਹ ਚੀਜ਼ ਘੱਟ ਪੈ ਗਈ, ਆਹ ਵੱਧ ਪੈ ਗਈ, ਜੇ ਆਹ ਕਰ ਲੈਂਦੇ ਇੱਦਾਂ ਹੋ ਜਾਂਦਾ। ਹੁਣ ਉਹ ਰਸ ਤੋਂ ਵੀ ਗਏ ਜਿਹੜਾ ਮਾਣਦੇ ਸੀ। ਕਈ ਗੱਲਾਂ ਜ਼ਿੰਦਗੀ ਵਿੱਚ ਨਾ ਜਾਣਨੀਆਂ ਹੀ ਚੰਗੀਆਂ ਹੁੰਦੀਆਂ ਨੇ। ਜਿਹੜੇ ਇਨਸਾਨ ਸਭ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਆ ਨਾ, ਇੱਕ ਬੰਦਾ ਦਿਖਾ ਦਿਓ ਖੋਜੀ, ਰਿਸਰਚਰ ਜੋ ਸੁਖੀ ਹੋਵੇ। ਵੱਡੇ ਵੱਡੇ ਸਾਇੰਟਿਸਟ ਘਰੋਂ ਪਰੇਸ਼ਾਨ ਸੀ, ਇੱਕ ਪਾਸੇ ਦਿਮਾਗ ਲੱਗਾ, ਪਰਿਵਾਰ ਹੀ ਨਹੀਂ ਸੰਭਾਲ ਸਕੇ। ਸਭ ਕੁਝ ਜਾਣਨ ਦੀ ਚਾਹਤ ਵੀ ਕਈ ਵਾਰ ਬੰਦੇ ਨੂੰ ਮੰਜੇ ਤੇ ਪਾ ਦਿੰਦੀ ਹੈ, ਦੁਖੀ ਕਰ ਦਿੰਦੀ ਹੈ। ਉਹ ਕਹਿੰਦਾ ਬਾਬਾ ਮੈਂ ਕੁਝ ਵੀ ਨਹੀਂ ਜਾਣਨਾ। ਹੁਣ ਤੁਸੀਂ ਲੋਕਾਂ ਬਾਰੇ ਜਾਣੀ ਚੱਲੋ, ਫਲਾਣਿਆ ਤੇਰਾ ਪਿੰਡ ਕਿੱਥੇ ਆ, ਤੂੰ ਕਿੱਥੋਂ ਆਇਆ, ਦੂਜਾ ਤੀਜਾ, ਤੁਸੀਂ ਭਾਈ ਸਾਹਿਬ ਨਵੇਂ ਆਏ ਹੋ, ਤੂੰ ਕੀ ਲੈਣਾ ਹੈ? ਜਿੰਨਾ ਜਾਣੇਗਾ ਉਹਨਾਂ ਪਰੇਸ਼ਾਨ ਹੋਏਗਾ। ਅੱਜ ਸਵਾਲ ਪੁੱਛਦਾ, ਕੱਲ ਜਵਾਬ ਤੈਨੂੰ ਦੇਣੇ ਪੈਣਗੇ। ਚੁੱਪ ਕਰਕੇ ਆਈ ਚੱਲ, ਜਾਈ ਚੱਲ, ਨਾ ਤੈਨੂੰ ਕੋਈ ਜਾਣੇ ਨਾ ਤੂੰ ਜਾਣੇ। ਕੋਈ ਜਾਣਦਾ ਹੀ ਨਹੀਂ ਤੂੰ ਕੌਣ ਹੈ। ਪ੍ਰਭਾਵ ਹੈ ਤੇਰਾ ਲੋਕਾਂ ਤੇ ਵੀ ਬੰਦਾ ਚੁੱਪ ਰਹਿੰਦਾ ਏ, ਪੜ੍ਹਿਆ ਲਿਖਿਆ, ਸਮਝਦਾਰ ਹੈ। ਕਹਿੰਦਾ ਬਾਬਾ ਮੈਂ ਕੁਛ ਨਹੀਂ ਜਾਣਨਾ ਚਾਹੁੰਦਾ, ਮੈਨੂੰ ਪਤਾ ਹੈ ਤੁਸੀਂ ਨਿਰੰਕਾਰ ਹੋ, ਤੁਸੀਂ ਆਪ ਪਰਮਾਤਮਾ ਹੋ। ਕਬਿਤ ਸਿੱਧਨਾਥ ਜਤੇ ਕੋ ਨਾਮ ਨ ਧਰਾਉ ਜਗ। ਸਤਿਗੁਰੂ ਕਹਿੰਦੇ ਕਰਨਾ ਕੀ ਚਾਹੁੰਦਾ, ਮੋਟਿਵ ਕੀ ਤੇਰਾ? ਪੁੱਛਿਆ ਉਹ ਸਿੱਧ ਨੂੰ, ਤੇਰੀ ਤੇ ਕੋਈ ਇੱਛਾ ਹੋਣੀ। ਹੁਣ ਆਪਾਂ ਜਿੰਨੇ ਗੁਰਦੁਆਰੇ ਬੈਠੇ ਆ, ਸਾਡੇ ਚੋਂ ਤੇ ਪਾਠ ਕਰਨ ਵਾਲੇ ਹੋਣ, ਉਹਨਾਂ ਨੂੰ ਪੁੱਛੋ ਭਾਈ ਸਾਹਿਬ ਪਾਠ ਕਿਉਂ ਕਰਦੇ? ਕਹਿੰਦੇ ਬਸ ਮਹਾਰਾਜ ਘਰੇ ਸੁਖੀ ਰੱਖੀ, ਬਸ ਇੱਥੇ ਖੜਾ ਸੀ। ਇੱਕ ਨੂੰ ਪੁੱਛੋ ਬਾਬਾ ਜਮਾ ਤੋਂ ਬਚਾ ਲਈ, ਸੁਖਮਨੀ ਸਾਹਿਬ ਦੇ 5 ਪਾਠ ਕਰ ਦੂੰ, ਜੰਮ ਨੇੜੇ ਨਾ ਆਉਣਾ। ਤੀਜੇ ਨੂੰ ਪੁੱਛੋ, ਕਹਿੰਦਾ ਮੈਂ ਤੇ ਚੌਪਈ ਸਾਹਿਬ ਤਾਂ ਪੜ੍ਹਦਾ, ਗੁਰੂ ਘਰ ਤਾਂ ਉਹਨਾਂ ਵੀ ਚੱਲ, ਘਰੋਂ ਪਰੇਸ਼ਾਨ ਸੀ, 2 ਘੜੀ ਗੁਰਦੁਆਰੇ ਜਾ ਆਊਂਗਾ, ਸ਼ਾਂਤ ਹੋ ਜਾਊਗਾ। ਮਤਲਬ ਅਲੱਗ ਅਲੱਗ ਇੱਛਾ। ਕੋਈ ਕਹਿੰਦਾ ਮੈਨੂੰ ਮਰਨ ਤੋਂ ਡਰ ਲੱਗਦਾ ਹੈ, ਮੈਨੂੰ ਇਸ ਦੁੱਖ ਤੋਂ ਬਚਾਈ। ਡਰਦਾ ਬੰਦਾ ਤੁਰਿਆ ਫਿਰਦਾ ਨਾ। ਹੁਣ ਭਾਵਨਾ ਅਲੱਗ ਅਲੱਗ ਹੋ ਗਈ ਸਾਰਿਆਂ ਦੀ। ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਦੱਸ ਤੇ ਸਹੀ। ਕਹਿੰਦਾ ਜੀ ਮੈਂ ਕੀ ਦੱਸਾਂ, ਮੈਨੂੰ ਤੇ ਸਮਝ ਹੀ ਨਹੀਂ ਕੁਛ ਆਉਂਦਾ। ਬਾਬਾ ਤੁਸੀਂ ਨਿਰੰਕਾਰ ਹੋ, ਤੁਸੀਂ ਡਾਢੇ ਹੋ, ਤੁਸੀਂ ਮਹਾਨ ਹੋ। ਨਾ ਮੈਂ ਸਿੱਧ ਹਾਂ, ਨਾ ਮੈਂ ਸਿੱਧ ਬਣਨਾ ਚਾਹੁੰਦਾ। ਜ਼ਿੰਦਗੀ ਕਿਹਨਾਂ ਨੇ ਮਾੜੀ ਆ ਜੀ? ਜਿਨ੍ਹਾਂ ਨੇ ਜ਼ਿੰਦਗੀ 'ਚ ਕੀਤਾ ਵੀ ਸਾਰਾ ਕੁਝ ਹੈ, ਪਰ ਇੱਕ ਪਾਸੇ ਨਹੀਂ ਭੱਜੇ ਵੀ ਇਹੀ ਕੁਝ ਕਰਨਾ। ਕਿਉਂਕਿ ਵਨ ਵੇ ਤੇ ਚੱਲੋਗੇ, ਜੇ ਉੱਥੇ ਸਫਲੇ ਨਾ ਹੋਏ ਕੀ ਕਰੋਗੇ? ਬੜੇ ਲੋਕ ਵੇਖੇ ਜ਼ਿੰਦਗੀ 'ਚ, ਏਮ ਬਣਾ ਲਿਆ ਕੋਈ, ਮੁੜ ਕੇ ਪੂਰਾ ਨਹੀਂ ਹੋਇਆ, ਰਾਤੋਂ ਰਾਤ ਹੀ ਸੁਸਾਈਡ ਕਰ ਲਿਆ। ਮੈਂ ਤੇ ਪਾਸ ਨਹੀਂ ਹੋਇਆ, ਮੇਰੇ ਨਾਲ ਤੇ ਆ ਨਹੀਂ ਹੋਇਆ। ਜ਼ਿੰਦਗੀ ਨੂੰ ਖੁੱਲ੍ਹ ਕੇ ਜੀਓ, ਬੇਪਰਵਾਹ ਹੋ ਕੇ ਜੀਓ। ਜਿੱਦਣ ਬੇਪਰਵਾਹ ਹੋ ਕੇ ਜੀਵਾਂਗੇ, ਘਾਟੇ ਵਾਧੇ ਆਉਣਗੇ ਤੇ ਬੰਦਾ ਖੁਸ਼ ਹੁੰਦਾ। ਕਹਿੰਦਾ ਫਿਰ ਕੀ ਹੋਇਆ ਜੇ ਘਾਟਾ ਆ ਗਿਆ? ਜਾਨ ਤਾਂ ਨਹੀਂ ਨਿਕਲੀ, ਜਿਉਂਦੇ ਫਿਰਦੇ ਆ। ਜ਼ਿੰਦਗੀ ਦਾ ਨਾ ਹੀ ਘਾਟੇ ਵਾਧੇ, ਇਹ ਤੇ ਮਨੁੱਖ ਨਾਲ ਚੱਲਦੇ ਆ। ਕਹਿੰਦਾ ਪਾਤਸ਼ਾਹ ਮੈਨੂੰ ਕੋਈ ਚਾਹਤ ਨਹੀਂ ਮੈਂ ਸਿੱਧ ਬਣ ਜਾ, ਲੋਕੀ ਮੇਰੀ ਪੂਜਾ ਕਰਨ। ਉੱਚੋ ਨੀਚੋ ਪਦ ਤਜ ਸਿੰਘੇ ਨਾ ਬਜਾਏ ਹੋ। ਮੈਨੂੰ ਕੋਈ ਰੁਤਬੇ ਦਾ ਚਾਅ ਨਹੀਂ ਵੀ ਮੈਂ ਵੱਡਾ ਹੋ ਜਾ, ਵੀ ਲੋਕ ਮੈਨੂੰ ਪੂਜਣ, ਮੇਰਾ ਸਤਿਕਾਰ ਕਰਨ, ਵੀ ਇਹ ਵੱਡੇ ਬਾਬਾ ਜੀ ਨੇ। ਕਹਿੰਦਾ ਨਾ ਮਰਜ ਮੈਨੂੰ ਛੋਟੇ ਹੋਣ ਦਾ ਗਮ ਹੈ ਕੋਈ, ਨਾ ਮੈਂ ਕੋਈ ਸਿੰਘੀ ਵਜਾਉਣੀ ਜੋ ਸਿੱਧਾਂ ਦਾ ਨਾਦ ਹੈ, ਵੀ ਇਹ ਵਜਾ ਕੇ ਮੈਂ ਕਿਹੜਾ ਲੋਕਾਂ ਨੂੰ ਇਕੱਠੇ ਕਰਨਾ ਵੀ ਸਿੱਧਨਾਥ ਆਇਆ, ਯੋਗੀ ਆਇਆ, ਮੱਥਾ ਟੇਕੋ। ਕਹਿੰਦਾ ਬਾਬਾ ਆਪਾਂ ਰਸ ਵਿੱਚ ਆ। ਇਹ ਆਨੰਦਤ ਬੰਦੇ ਦੀ ਜ਼ਿੰਦਗੀ ਹੈ, ਜੋ ਆਪਣੀ ਜ਼ਿੰਦਗੀ ਨੂੰ ਜਿਉਣਾ ਚਾਹੁੰਦਾ ਨਾ। ਉਹ ਕਹਿੰਦਾ ਮੈਨੂੰ ਬਹੁਤੀਆਂ ਫੈਸਿਲਿਟੀਜ਼ ਨਹੀਂ ਚਾਹੀਦੀਆਂ, ਸਹੂਲਤਾਂ ਨਹੀਂ ਚਾਹੀਦੀਆਂ, ਮੈਨੂੰ ਪਰਵਾਹ ਨਹੀਂ ਕਿਸੇ ਦੀ, ਕੌਣ ਮੇਰੇ ਨਾਲ ਵਰਤਦਾ ਤੇ ਕੌਣ ਮੇਰੇ ਤੋਂ ਦੁਖੀ ਹੈ। ਮੈਂ ਕੀ ਲੈਣਾ, ਮੈਂ ਸੰਤੁਸ਼ਟ ਹਾਂ, ਸੈਟਿਸਫਾਈਡ ਹਾਂ, ਆਪਣੇ ਆਪ 'ਚ ਆਨੰਦਤ ਹਾਂ। ਗੁਰੂ ਨਾਨਕ ਸਾਹਿਬ ਨੂੰ ਉਸ ਅਵਸਥਾ ਦਾ ਜ਼ਿਕਰ ਕਰਦੇ ਆ, ਘੁੱਗੂਨਾਥ ਸਿੱਧ ਕਹਿੰਦੇ ਬਾਬਾ ਮੈਨੂੰ ਕੋਈ ਰੁਤਬੇ ਦੀ ਚਾਹਤ ਹੀ ਨਹੀਂ ਜੇ ਹੁੰਦੀ ਤੇ ਮੈਂ ਤੁਹਾਡੇ ਨਾਲ ਲੜਨ ਨਾ ਆਉਂਦਾ।
भी महाराज मेरे नाल चर्चा करो जी, मेरे नाल गलबात करो जी, मैं ज्ञानी हाँ, तुहाडा ज्ञान कित्थे है। गुरु रात नहीं लड़न गया गुरु साहब। वो कहता है, कहता पातशाह तुहानू मिल के मैनू आनंद मिल गया। आनंद किहड़ा? जो कदे टुटदा नहीं, खत्म नहीं हुंदा, कदे खराब नहीं हुंदा, जिस रस विच आके किसी दुख सुख का पता ही नहीं लगता। उस आनंद का जिक्र गुरां दे सन्मुख करदा ए। डिंब ना दिखावो नहमान को बधावो, दुख सुख को मिटावो, द्वैत मन को पोलाए है। सतगुरु मैं पखंड नहीं करता, भी मैं पखंड नहीं करना, लोगों कुछ होर करके विखावा, मैनू महान कहण। मैनू दुखां दा डर नहीं ते सुखां दा चाह नहीं, ते दुबदा च मैं है नहीं। किड्डी वड्डी गल है जी। असी दुबदा च फलाने दे जा आईए जां ना जाइए, मुंडे दा विआह है जावां जां ना, जे मैं गया साडी किहड़ा बनदी है, निराश होना पैना बह के उत्थे। जे ना गया लोकी कहणगे पता नहीं क्यों नहीं बुलाया। परवाह ना लोकां दी क्यों करनी है जी। दिल करदा जाओ, नहीं करदा ना जाओ। इत्थे लेखा रब नूं देना, लोकां नूं थोड़ी देना। घुग्गू नाथ होई बचन करदे, कहंदे पातशाह मैनू किसी तरह की कोई दुविधा नहीं भी मेरी जिंदगी किहड़े पासे आ। इत्थे बड़े लोग सी, करनी सी इंजीनियरिंग, बड़ी डॉक्टर फिरदे आ, वो हुण डॉक्टर बन के भी लोगों के उही कुछ करी जाते आ। सोचिया कि बड़े की, इस दुविधा कादी है। जो होया ठीक है, बेपरवाह रहो, मस्त रहो, हर चीज संतोख रखो, सबर रखो। गुरुनाथ कहते बाबा मैनू बड़ा बनने की चाहत नहीं, मैनू छोटे होने का गम नहीं, दुखों तो मैनू डर नहीं लगता, सुखों की मैं आस नहीं रखता, तो दुविधा मैनू किसी तरह की नहीं। खाना या नहीं खाना कई बार हुंदा साडा दिल करता सी कुछ खाण नूं, पर सोचा डॉक्टर ने बंद किया, रहन ही दिंदे आ, काहनूं खाना है, इहदे नाल ते डफ लैंदा खा लैंदा चंगा सी। दुविधा च ही बैठा है, बैठा झोरी चल यार जे आइसक्रीम ही खा लेंदे विआह च बैठे बैठे, मैं तो कॉफी पी के सार ले। लोगों की सोच है, ये दुनिया इस पत्थर ते जी रही है। गुरु नानक साहब नूं कहंदा बाबा आनंद जी रहा। वो केड़ा आनंद? आनंद भया मेरी माए। किस आनंद का जिक्र है? सतगुरु मैं पाया। कहते ओ आनंद सतगुरु दे विच मैं कहिए विचों मिलिया मैनू। गुरु नानक साहब कहते साहब जी इच्छा ही नहीं हुण कोई, ना जिउण दी इच्छा ना मरन दा भै कोई है। उस्तत निंदा तज होए के अचिंत नित, गुरु ना कहाए के ना चेला पाए लाए हूं। सतगुरु कहते इन्ना शांत किवें आ तू? कारण दस पहला गुरु साहब ते जानते आ, बाकियां नूं सुणाउणा चाहुंदे आ भी तेरे नाल तां एडा उच्चा तुसीं को पिछे तुरे फिरदे। कहंदा जी मैनू अपनी उस्तत सुनन दी चाहत नहीं ते निंदिया सुन के मैनू क्रोध नहीं होता, इसलिए मैं निश्चिंत। सानू चिंता कादी है? मैनू आ चंगा क्यों नहीं कहता, ओ माड़ा क्यों कहता, लोकी मेरे बारे अपनी थिंकिंग क्यों नहीं चेंज करते, यही चिंता लगी हुई सानू। मरिया तो बाद भी लोग माड़ा कहणगे, फिर किहड़ा के समझा लेगा इन्हां नूं, जिउंदे भी कहणगे। गुरु नानक साहब सच्चे पातशाह नूं कहंदा पातशाह मैनू कोई चिंता नहीं हुण किसे दी, मैनू कोई की कहंदा ए, ना मैं गुरु बनना ते ना कोई चेला मुन्नना। सानू ते ही रहिंदा मेरे कोल फलाना टैलेंट है, मैं किसी नूं सिखा दियां, मैनू कोई बड़ा आखे, मैनू कोई पूजनीक आखे, मेरा कोई सत्कार करे। वो कहंदे बाबा मैं छड्डतियां सारियां गल्लां, तुहाडे आउण तो पहलां मेरे मन विच सी मैं बड़ा सिद्ध हो जा, मैनू सिद्ध मत्था टेकण। बई किनू नहीं चंगा लगता पैरी हत्थ लवाउणा, जी जी कहाउणा किनू चंगा नहीं लगता, 10 20 50 लोग पिछे पिछे फिरन किनू चंगा नहीं लगता, सिर्फ उन्होंने नहीं लगता जो रब नाल जुड़िया होवे। वो कहता मनुखता बराबर है सारी। दीन दुनिया दे मालिक गुरु नानक साहब महाराज कहते शाबाश शाबाश। गुरुनाथ अपने बारे होर दस। कहता पातशाह हुण ते ना हर वेले आनंद च ही रहिंदा, आ शरीर मिट्टी है ये मैं मन लिया, इसलिए ये दे तू आसां लाइयां नहीं। एक अंकार खेल शिव शक्ति ना मेल को, बोल हो विसार कर
ਕਛੂ ਨਾ ਆਲਾਏ ਹੋ। ਪਰ ਪਾਤਸ਼ਾਹ ਵੱਡੀ ਗੱਲ ਮੈਨੂੰ ਸਮਝ ਆ ਗਈ ਵੀ ਇਹ ਸਾਰਾ ਖੇਲ ਇੱਕ ਓੰਕਾਰ ਦਾ ਹੀ ਹੈ। ਖੇਡ ਕਿਵੇਂ ਹੈ? ਕਹਿੰਦੇ ਉਹਨੇ ਆਪਣੀ ਮਾਇਆ ਆਪ ਪਸਾਰੀ ਆਪੇ ਵੇਖਣ ਹਾਰਾ। ਰੱਬ ਨੇ ਮਾਇਆ ਬਣਾ ਕੇ ਦੁਨੀਆ ਤੇ ਪਾਤੀ, ਉਲਝਾਤਾ ਸੰਸਾਰ। ਮਾਇਆ ਮਤਲਬ ਨੋਟ ਨਹੀਂ, ਮਾਇਆ ਕਹਿੰਦੇ ਮੋਹ ਨੂੰ। ਕਹਿੰਦੇ ਉਹਨੇ ਆਪਣੀ ਮਾਇਆ ਪਸਾਰ ਕੇ ਉਹਨੂੰ ਕਹਿੰਦੇ ਸ਼ਿਵ ਸ਼ਕਤ। ਹੁਣ ਤੁਸੀਂ ਜਾਪ ਸਾਹਿਬ ਪੜ੍ਹਦੇ ਹੋ, ਉਸ ਤੋਂ ਬਾਅਦ ਆਨੰਦ ਸਾਹਿਬ ਪੜ੍ਹਦੇ ਹੋ, ਉੱਥੇ ਮਹਾਰਾਜ ਕੀ ਕਹਿੰਦੇ ਆ? ਸ਼ਿਵ ਸ਼ਕਤ ਆਪ ਉਪਾਏ ਕੈ ਕਰਤਾ। ਪੜ੍ਹਦੇ ਹੋ ਨਾ? ਸ਼ਿਵ ਸ਼ਕਤ ਕੀ ਹੈ? ਸ਼ਿਵ ਨਾਮ ਕਲਿਆਣ ਸਰੂਪ ਪਰਮਾਤਮਾ ਹੈ, ਸ਼ਕਤ ਨਾਮ ਮਾਇਆ, ਜੋ ਰੱਬ ਦੀ ਮਾਇਆ ਹੈ। ਆਪਣੀ ਮਾਇਆ ਆਪ ਪਸਾਰੀ ਆਪੇ ਵੇਖਣ ਹਾਰਾ। ਆਪ ਹੀ ਵੇਖ ਰਿਹਾ ਹੈ। ਨਾਨਾ ਭੇਖ ਕਰੇ ਬਹੁਰੰਗੀ ਸਭ ਤੇ ਰਹਿ ਨਿਆਰਾ। ਰਹਿੰਦਾ ਵੀ ਲੱਗਾ ਸਾਰਿਆਂ ਤੋਂ ਤੇ ਰੂਪ ਵੀ ਉਹਦੇ ਸਾਰੇ ਹੀ ਨੇ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਪਾਤਸ਼ਾਹ ਭਗਤੀ ਕਰਕੇ ਬੰਦਗੀ ਕਰਕੇ ਇੱਕ ਗੱਲ ਸਿੱਖੀ ਹੈ ਵੀ ਰੱਬ ਤੇ ਮਾਇਆ ਦੋਨੋਂ ਅਲੱਗ-ਅਲੱਗ ਨੇ। ਮਾਇਆ ਰੱਬ ਨਹੀਂ ਤੇ ਰੱਬ ਮਾਇਆ ਨਹੀਂ। ਮਾਇਆ ਸਿਰਫ ਰੱਬ ਦੀ ਇੱਕ ਸ਼ਕਤੀ। ਆਖੋ ਸਤਨਾਮ। ਕਿੱਡਾ ਵੱਡਾ ਜ਼ਿਕਰ ਉਹਨੇ ਜਦੋਂ ਕੀਤਾ ਨਾ, ਗੋਰਖਨਾਥ ਨੇ ਸਿਰ ਨੀਵਾਂ ਕਰ ਲਿਆ। ਮੈਨੂੰ ਸਾਰੀ ਜ਼ਿੰਦਗੀ ਇਹ ਗੱਲ ਨਹੀਂ ਸਮਝ ਆਈ। ਮਾਇਆ ਹੀ ਸੀ ਸਿੱਧੀਆਂ ਵਿਖਾਉਣੀਆਂ, ਮਾਇਆ ਹੀ ਸੀ ਕਰਾਮਾਤਾਂ ਵਿਖਾਉਣੀਆਂ, ਮਾਇਆ ਹੀ ਸੀ ਆਪਣੀ ਪੂਜਾ ਕਰਾਉਣੀ। ਇਹ ਵੀ ਤੇ ਮਾਇਆ ਸੀ ਵੀ ਗੁਰੂ ਨਾਨਕ ਸਾਹਿਬ ਨਾਲ ਬਹਿਸ ਕਰੋ, ਉਹਨਾਂ ਨੂੰ ਚੇਲਾ ਬਣਾਓ, ਆਪਣਾ ਸਿੱਧ ਬਣਾਓ, ਕੰਨੀ ਮੁੰਦਰਾਂ ਪਵਾਓ। ਪਰ ਕਹਿੰਦਾ ਪਾਤਸ਼ਾਹ ਮੈਨੂੰ ਉਸ ਸ਼ਿਵ ਸ਼ਕਤ ਦਾ ਖੇਡ ਸਮਝ ਆ ਗਿਆ ਵੀ ਨਿਰੰਕਾਰ ਆਪ ਹੀ ਖੇਡਦਾ ਹੈ, ਆਪ ਹੀ ਖੇਡਦਾ ਹੈ। ਖੇਡਦਾ ਕਿਵੇਂ ਹੈ? ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਜਗਤ ਨਹੀਂ ਹੈ। ਇੱਥੇ ਬੜੇ ਅਣਜਾਣ ਪਾਠੀ ਅਣਜਾਣ ਵੀਰ ਉਹ ਪਾਠ ਨੂੰ ਜਗਤ ਦੀ ਥਾਂ ਤੇ ਜਗਤ ਪੜ੍ਹਦੇ। ਜਗਤ ਕੀ ਹੈ ਭਾਈ? ਜਗਤ ਕਹਿੰਦੇ ਨਾਸ਼ਵੰਤ। ਇੱਥੇ ਜਗਤ ਦਾ ਅਰਥ ਹੈ ਦੁਨੀਆ। ਵੀ ਇਹ ਚੰਗਿਆਈ ਤੇ ਬੁਰਾਈ ਵਿੱਚ ਖੇਡ ਰਹੀ ਹੈ। ਚੰਗਿਆਈ ਬੁਰਾਈ ਕਦੋਂ ਦਿਖਦੀ ਹੈ? ਜਦੋਂ ਮਾਇਆ ਦਿਸੇ। ਤੇ ਰੱਬ ਦੇ ਪਿਆਰੇ ਨਾ ਚੰਗੇ ਬਣਦੇ ਨਾ ਮਾੜੇ ਬਣਦੇ, ਉਹ ਇਹਨਾਂ ਚੀਜ਼ਾਂ ਤੋਂ ਉੱਚੇ ਆ। ਮਾਇਆ ਵਿੱਚ ਫਸਿਆ ਬੰਦਾ ਚੰਗਾ ਬਣਨਾ ਚਾਹੁੰਦਾ ਹੈ, ਮੈਨੂੰ ਕੋਈ ਮਾੜਾ ਨਾ ਕਹੇ। ਤੇ ਰੱਬ ਨਾਲ ਜੁੜਿਆ ਹੋਇਆ ਉਹ ਕਹਿੰਦਾ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤੋਂ ਤਨ ਦਿਓ ਹੈ ਢਾਰ। ਮੈਨੂੰ ਕੋਈ ਗਾਲਾਂ ਕੱਢੇ ਕੀ ਫਰਕ ਹੈ? ਮੈਂ ਤਾਂ ਸੁੱਖ ਦੀ ਨੀਂਦ ਸੌਂਦਾ। ਮੈਨੂੰ ਕੋਈ ਚੰਗਾ ਕਵੇ ਮੈਨੂੰ ਤਾਂ ਵੀ ਨਹੀਂ ਚਾਹ ਹੋਣਾ। ਕਿਉਂ? ਕਿਉਂਕਿ ਮੈਂ ਨਿਰੰਕਾਰ ਨਾਲ ਜੁੜਿਆ, ਪ੍ਰਭੂ ਪਿਆਰੇ ਪਰਮਾਤਮਾ ਨਾਲ ਜੁੜਿਆ। ਗੁਰੂ ਸਾਹਿਬ ਨੂੰ ਇਹ ਗੱਲ ਦੱਸ ਰਹੇ ਆ, ਕਹਿੰਦੇ ਪਾਤਸ਼ਾਹ ਮੈਂ ਉਸ ਨਿਰੰਕਾਰ ਦੇ ਪਿਆਰ 'ਚ ਇੰਨਾ ਭਿੱਜ ਗਿਆ, ਮੈਨੂੰ ਚੰਗਾ ਮਾੜਾ ਕੁਛ ਨਹੀਂ ਲੱਗਦਾ, ਨਾ ਕਿਸੇ ਤੋਂ ਆਸ ਹੈ ਕੋਈ। ਕਬਿਤ ਉਠੇ ਤਬ ਧਾਏ ਕਰ ਚਰਨ ਲਗਾਏ ਮਿਲੇ ਜਿਦੇ ਹਰ ਖਾਏ ਦੋ ਬਹੁਤ ਸੁਖ ਪਾਏ ਕੈ। ਜਦੋਂ ਰੱਬ ਨੂੰ ਮਿਲਣ ਦੀ ਗੱਲ ਕੀਤੀ ਨਾ, ਰੱਬ ਪਿਆਰੇ ਗੁਰੂ ਨਾਨਕ ਸਾਹਿਬ ਤੋਂ ਸੁਣ ਕੇ ਸਹਿਆ ਨਾ ਗਿਆ। ਕਿਵੇਂ? ਉੱਠ ਪਏ ਆਪ। ਸਾਹਮਣੇ ਬੈਠੇ ਸੀ ਘੁੱਗੂਨਾਥ, ਭੱਜ ਕੇ ਆਏ ਗੁਰੂ ਨਾਨਕ ਸਾਹਿਬ ਚਰਨ ਫੜਨ ਵਾਸਤੇ। ਉਹ ਰੱਬ ਪਿਆਰਾ ਘੁੱਗੂਨਾਥ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਪਰਸ ਲਿਆ। ਸਤਿਨਾਮ। ਉਹ ਰੱਬ ਏਦਾਂ ਭੱਜਿਆ ਆਉਂਦਾ ਹੈ। ਕੋਈ ਉਹਦੇ ਨਾਲ ਪਿਆਰ ਕਰੇ ਤੇ ਸਹੀ। ਆਪਾਂ ਭਗਤਾਂ ਦਾ ਜ਼ਿਕਰ ਪੜ੍ਹਦੇ ਆ ਨਾ ਵੀ ਭਗਤ ਕਬੀਰ ਪਿੱਛੇ ਆਇਆ, ਨਾਮਦੇਵ ਪਿੱਛੇ ਆਇਆ, ਭਗਤ ਧੰਨਾ ਜੀ ਪਿੱਛੇ ਆਇਆ, ਭਗਤ ਸੈਣ ਪਿੱਛੇ ਆਇਆ। ਬਈ ਅੱਜ ਕਿਉਂ ਨਹੀਂ ਆਉਂਦਾ ਰੱਬ? ਅੱਜ ਵੀ ਆਉਂਦਾ ਹੈ। ਅਸੀਂ ਬਣੇ ਕਦੋਂ ਆ? ਆਪਾਂ ਆਪ ਝੁਕਾਇਆ ਕਦੋਂ ਹੈ? ਹਉਮੈ ਛੱਡੀ ਕਦੋਂ ਹੈ? ਉਹਨਾਂ ਵਰਗਾ ਬਣਨਾ ਕੋਈ ਖੇਡ ਨਹੀਂ ਹੈ। ਜਿਨ੍ਹਾਂ ਦੇ ਪਿੱਛੇ ਰੱਬ ਤੁਰਿਆ ਫਿਰਦਾ ਸੀ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਗੁਰੂ ਨਾਨਕ ਸਾਹਿਬ ਭੱਜ ਕੇ ਗਏ, ਘੁੱਗੂਨਾਥ ਨੇ ਸਤਿਗੁਰਾਂ ਦੇ ਚਰਨ ਫੜ ਲਏ। ਘੁੱਟ ਕੇ ਗੁਰੂ ਬਾਬਾ ਜੀ ਨੇ ਸਮੇਰ ਪਰਬਤ ਤੇ ਜੱਫੀ ਪਾ ਲਈ ਸੀ। ਕਹਿੰਦੇ ਵਾਹ ਜੀਵਨ ਮੁਕਤ ਹੋ ਗਿਆ, ਤੂੰ ਸੱਚਮੁੱਚ ਘੁੱਗੂਨਾਥਾ ਰੱਬ ਦਾ ਰੂਪ ਹੋ ਗਿਆ ਏ। ਵੈਸੇ ਪੁੰਨ ਨਾਨਕ ਜੀ ਨਾਗਰ ਉਜਾਗਰ ਜੋ ਬੋਲੇ ਚੰਬਾ ਨਾਥ ਸੰਗ ਮੁਖ ਮੁਸਕਾਏ ਕੇ। ਘੁੱਗੂਨਾਥ ਦੇ ਸੀਸ ਤੇ ਹੱਥ ਰੱਖਿਆ। ਮਹਾਰਾਜ ਨੇ ਉਹਨੂੰ ਆਪਣੇ ਆਪ ਦੀ ਸੋਝੀ ਕਰਾ ਦਿੱਤੀ। ਰੱਬ ਤੇ ਰੱਬ ਦਾ ਪਿਆਰਾ ਇੱਕ ਮਿਕ ਹੋ ਗਿਆ। ਉੱਠ ਕੇ ਸਤਿਗੁਰੂ ਆਏ ਜਿੱਥੇ ਮਹਾਂਪੁਰਖ ਬੈਠੇ ਸਨ, ਚੰਬਾਨਾਥ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੂੰ ਪੁੱਛਦੇ ਆ, ਕਹਿੰਦੇ ਹੇ ਚੰਬਾਨਾਥ ਆਪਣੇ ਬਾਰੇ ਦੱਸੋ। ਵੇਖੋ ਧਰਮ ਦੀ ਦੁਨੀਆ 'ਚ ਹਰ ਕੋਈ ਪੁੱਛਦਾ ਆਪਣੇ ਬਾਰੇ ਦੱਸੋ।
ਦੁਨਿਆਵੀ ਸੰਸਾਰ ਦੀ ਦੁਨੀਆ 'ਚ ਲੋਕ ਪੁੱਛਦੇ ਤੁਸੀਂ ਆਪਣੇ ਬਾਰੇ ਦੱਸੋ ਜੀ। ਕਦੇ ਇਹ ਖੋਜਿਆ ਕਿਸੇ ਨੇ ਵੀ ਮੈਂ ਕੌਣ ਆ, ਮੇਰੇ ਕਰਮ ਕੀ ਨੇ, ਮੈਂ ਕਿਉਂ ਦੁਨੀਆ ਤੇ ਆਇਆ, ਮੈਨੂੰ ਕੀ ਕਰਨਾ ਚਾਹੀਦਾ? ਨਹੀਂ ਨਹੀਂ, ਲੋਕਾਂ ਬਾਰੇ ਜਾਣਦੇ ਫਿਰਦੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਿੱਧ ਚੰਬਾਨਾਥ ਨੂੰ ਪ੍ਰੇਮ ਦਾ ਸਵਾਲ ਕਰਦੇ ਨੇ। ਕੌਣ ਗ੍ਰਹਿ ਰਹੋ ਕੌਣ ਮਤਾ ਤੁਮ ਕਹੋ, ਨਿਜ ਤੂਸ਼ਨ ਮਿਟਾਏ ਭੇਦ ਦੀਜੀਏ ਜਨਾਏ ਕੈ। ਸਾਹਿਬ ਕਹਿੰਦੇ ਚੰਬਾਨਾਥ ਜੀ ਕਿਸ ਘਰ ਵਿੱਚ ਰਹਿੰਦੇ ਹੋ, ਕਿਹੜਿਆਂ ਭੇਦਾਂ ਵਿੱਚ ਰਹਿੰਦੇ ਹੋ ਤੇ ਕਿਹੜੇ ਮਤ ਨੂੰ ਮੰਨਦੇ ਹੋ, ਕਿਰਪਾ ਕਰਕੇ ਦੱਸੋ। ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਬੜੇ ਅਦਬ ਬੜੇ ਪ੍ਰੇਮ ਸਲੀਕੇ ਦੇ ਨਾਲ ਚੰਬਾਨਾਥ ਨੂੰ ਪੁੱਛਿਆ। ਮਰਦ ਕਹਿੰਦੇ ਚੁੱਪੀ ਤੋੜੋ ਆਪਣੀ, ਬੜੀ ਦੇਰ ਤੋਂ ਚੁੱਪ ਵੱਟੀ ਹੋਈ ਐ। ਸਿੱਧ ਸਭ ਬੋਲੇ ਆਪ ਰਹੇ ਅਨ ਬੋਲੇ, ਮਨ ਮਰਮ ਨ ਜਾਣਿਓ ਜਾਏ ਭਾਖਿਓ ਹੈ ਸੁਣਾਏ ਕੇ। ਉਸ ਵੇਲੇ ਕੁਝ ਸਿੱਧਾਂ ਨੇ ਆਵਾਜ਼ ਦੇ ਕੇ ਆਖਿਆ ਬਾਬਾ ਇਹ ਬੋਲਦੇ ਨਹੀਂ, ਅਨਬੋਲ ਹਨ, ਚੁੱਪ ਰਹਿੰਦੇ ਆ, ਕਿਉਂਕਿ ਇਹਨਾਂ ਦੇ ਦਿਲ ਦਾ ਮਰਮ ਭੇਦ ਅਸੀਂ ਵੀ ਨਹੀਂ ਜਾਣਦੇ ਆ। ਰਾਜਨੀਤੀ ਕਹਿੰਦੀ ਜਦੋਂ ਤੱਕ ਚੁੱਪ ਰਹੋਗੇ ਨਾ ਸਮਾਜ ਵਿੱਚ ਇੱਜ਼ਤ ਰਹੇਗੀ। ਜਿੱਦਣ ਬੋਲ ਪਏ ਲੋਕੀ ਤੁਹਾਡੀ ਲਿਆਕਤ ਪਛਾਣ ਜਾਣਗੇ, ਤੁਸੀਂ ਕਿੰਨੇ ਕੁ ਜੋਗੇ ਹੋ, ਤੁਸੀਂ ਕੀ ਹੋ। ਇੱਕ ਮੂਰਖ ਬੰਦਾ ਸਿਆਣਿਆਂ ਦੇ ਇਕੱਠ 'ਚ ਬੈਠਾ ਇੱਜ਼ਤ ਪਾਉਂਦਾ ਹੈ, ਜਿੱਦਣ ਬੋਲ ਪਿਆ ਲੋਕੀ ਕਹਿੰਦੇ ਕਮਲਾ ਸੀ, ਇਹਦੇ ਪੱਲੇ ਕੱਖ ਨਹੀਂ ਸੀ, ਐਵੇਂ ਡਰਦੇ ਰਹੇ। ਪਰ ਜੇ ਕੋਈ ਬੰਦਗੀ ਵਾਲਾ ਚੁੱਪ ਬੈਠਾ ਤੇ ਜਿੱਦਣ ਬੋਲਦਾ ਹੈ ਉਹ ਰਮਜਾਂ ਹੀ ਖੋਲਦਾ ਹੈ। ਗੁਰੂ ਨਾਨਕ ਸਾਹਿਬ ਬੜੇ ਅਦਬ ਸਹਿਤ ਪੁੱਛਦੇ, ਕਹਿੰਦੇ ਮਹਾਂਪੁਰਖੋ ਦੱਸੋ ਤੇ ਸਹੀ ਕੁਛ, ਕੀ ਜਾਣਿਆ ਹੈ, ਹਿਰਦਾ ਕੀ ਕਹਿੰਦਾ ਹੈ, ਮਨ ਕੀ ਕਹਿੰਦਾ ਏ, ਅੰਤਸ਼ਕਰਨ ਵਿੱਚ ਕੀ ਚੱਲਦਾ। ਹੁਣ ਗੁਰੂ ਅੰਤਰਜਾਮੀ ਸਭ ਕੁਝ ਜਾਣਦੇ ਆ ਜੀ। ਉਹ ਤੇ ਸਿੱਧ ਪੁਰਸ਼ ਜਿਹੜੇ ਕੋਲ ਬੈਠੇ ਆ ਉਹਨਾਂ ਨੂੰ ਤਾਰਨਾ ਚਾਹੁੰਦੇ ਆ, ਉਹਨਾਂ ਦੇ ਭਲੇ ਵਾਸਤੇ ਸਤਿਗੁਰੂ ਇਹ ਸਭ ਕੁਝ ਪੁੱਛਦੇ ਹਨ। ਬਿਤ ਬੋਲੇ ਬੋਲਣ ਹਾਰ ਕੋ ਤੋਲੇ ਤੋਲ ਹਾਰ ਜੋ। ਉਸ ਵੇਲੇ ਬੜੇ ਅਦਬ ਵਿੱਚ ਬੋਲੇ ਚੰਬਾਨਾਥ ਕਹਿੰਦੇ ਪਾਤਸ਼ਾਹ ਬੋਲੇ ਬੋਲਣ ਹਾਰ ਤੋਲੇ ਤੋਲਣ ਹਾਰ। ਅਰਥ ਬੜੇ ਗਹਿਰੇ ਸੀ, ਅਵਸਥਾ ਤੋਂ ਬੋਲੇ, ਕਿਉਂਕਿ ਆ ਗੋਰਖ ਦੀ ਮੰਡਲੀ ਦੇ ਵਿੱਚ ਐਡੀ ਉੱਚੀ ਅਵਸਥਾ ਵਾਲਾ ਤੇ ਕੋਈ ਹੈ ਹੀ ਨਹੀਂ ਸੀ। ਆ ਗਿਣਤੀ ਦੇ ਸਿੱਧ ਨੇ ਗੋਪੀ ਚੰਦ ਜੀ, ਭਰਥਰੀ ਜੀ, ਘੁੱਗੂਨਾਥ ਜੀ ਹੋ ਗਏ, ਮੰਗਲਨਾਥ ਹੋ ਗਏ, ਜਿਹੜੇ ਅੰਦਰ ਦੀ ਅਵਸਥਾ ਨੂੰ ਜਾਣਦੇ ਆ। ਬਾਕੀ ਤੇ ਇਦਾਂ ਹੀ ਲੜਦੇ ਰਹੇ ਬਾਹਰ ਦੇ ਯੋਗ ਪਿੱਛੇ ਗੁਰੂ ਸਾਹਿਬ ਨਾਲ। ਮਰਦ ਤੁਹਾਨੂੰ ਇਹ ਨਹੀਂ, ਸਾਨੂੰ ਇਹ ਪਤਾ ਹੈ, ਤੁਸੀਂ ਇੱਥੇ ਕਿਵੇਂ ਆ ਗਏ, ਤੁਸੀਂ ਅੱਗੇ ਕਿੱਥੇ ਜਾਓਗੇ, ਇਹੀ ਬਹਿਸ ਰਹੀ ਹੈ ਨਾ। ਇੱਥੇ ਗੁਰੂ ਸਾਹਿਬ ਨੂੰ ਕਹਿੰਦੇ ਪਾਤਸ਼ਾਹ ਉਹ ਆਪ ਬੁਲਾਉਂਦਾ ਹੈ। ਬਾਣੀ ਕਹਿੰਦੀ ਨਾ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਕਹਿੰਦੇ ਪਾਤਸ਼ਾਹ ਤੋਲੇ ਤੋਲਣ ਹਾਰ, ਰੱਬ ਆਪ ਤੋਲਦਾ ਹੈ, ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ। ਆ ਸਾਰੀ ਸਮੁੱਚੀ ਮਾਨਵਤਾ ਸਮੁੱਚੀ ਸ੍ਰਿਸ਼ਟੀ ਉਹਦੀ ਰਜਾ 'ਚ ਚੱਲਦੀ ਹੈ। ਇੱਥੇ ਕੁਛ ਵੀ ਵੱਧ ਘਾਟ ਨਹੀਂ ਹੈ। ਸਾਡੀ ਸੁਰਤ 'ਚ ਵੱਧ ਘਾਟ ਹੋ ਸਕਦੀ ਹੈ, ਸਾਡੀ ਸੋਚ ਵਿੱਚ ਕਮੀ ਹੋ ਸਕਦੀ ਹੈ। ਪਰਮਾਤਮਾ ਨੇ ਸਭ ਕੁਝ ਪਰਿਪੂਰਨ ਬਣਾਇਆ ਹੋਇਆ ਹੈ। ਨਜ਼ਰੀਆ ਸਾਡਾ, ਸਾਨੂੰ ਕੋਈ ਚੰਗਾ ਦਿਸਦਾ ਕਿ ਨਹੀਂ ਦਿਸਦਾ, ਨਜ਼ਰੀਆ ਹੈ ਸਾਡਾ, ਸਾਨੂੰ ਕੋਈ ਆਪਣਾ ਲੱਗਦਾ ਕਿ ਨਹੀਂ ਲੱਗਦਾ। ਜਦੋਂ ਕੋਈ ਬੰਦਗੀ ਨਾਲ ਜੁੜਦਾ ਹੈ, ਰੱਬ ਨਾਲ ਜੁੜਦਾ ਹੈ, ਪਹਿਲਾਂ ਨਜ਼ਰੀਆ ਬਦਲ ਜਾਂਦਾ ਹੈ। ਉਹਨੂੰ ਕਿਸੇ 'ਚ ਕੋਈ ਮਾੜਾ ਹੀ ਨਹੀਂ ਦਿਸਦਾ, ਬੁਰਾਈ ਨਹੀਂ ਦਿਸਦੀ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭ ਨਾ ਕੇ ਸਾਜਨ। ਇਹ ਅਵਸਥਾ ਬਣ ਜਾਂਦੀ ਹੈ। ਕਹਿੰਦੇ ਪਾਤਸ਼ਾਹ ਬੁਲਾਉਂਦਾ ਵੀ ਆਪ ਹੀ ਹੈ, ਤੋਲਦਾ ਤਲਾਉਂਦਾ ਵੀ ਆਪ ਹੀ ਹੈ, ਉਹਦੇ ਬਿਨਾ ਕੁਝ ਨਹੀਂ। ਖੇਲੇ ਖੇਲ ਹਾਰ ਨਹੀਂ ਹਮੇ ਕੁਛ ਕਾਜ ਹੈ। ਸਾਨੂੰ ਕੋਈ ਕੰਮ ਨਹੀਂ ਪਾਤਸ਼ਾਹ, ਖੇਲਾ ਖੇਲਣ ਹਾਰ, ਖੇਡਦਾ ਵੀ ਆਪੇ ਹੀ ਹੈ। ਆ ਸਮੁੱਚੇ ਸੰਸਾਰ ਵਿੱਚ ਖੇਡਾਂ ਕੌਣ ਖੇਡਦਾ? ਨਿਰੰਕਾਰ ਖੇਡ। ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ, ਸਾਰਾ ਸੰਸਾਰ ਖੇਡਦਾ ਹੈ, ਖੜਾਉਂਦਾ ਕੌਣ ਹੈ? ਪਰਮਾਤਮਾ। ਇੱਕ ਬਾਜੀਗਰ ਬਣ ਕੇ ਮਾਇਆ ਪਸਾਰ ਕੇ ਆਪਣੀ ਮਾਇਆ ਆਪ ਪਸਾਰੀ, ਆਪੇ ਵੇਖਣ ਹਾਰਾ, ਆਪੇ ਤਮਾਸ਼ਾ ਵੇਖਦਾ ਹੈ। ਬੜੇ ਗਹਿਰੇ ਅਰਥ ਚੰਬਾਨਾਥ ਨੇ ਅੰਦਰੋਂ ਆਖੇ। ਗੁਰੂ ਨਾਨਕ ਪਾਤਸ਼ਾਹ ਸੁਣ ਕੇ ਪ੍ਰਸੰਨ ਚਿੱਤ ਹੋ ਗਏ, ਕਿਉਂਕਿ ਇਹੀ ਸੁਣਨਾ ਚਾਹੁੰਦੇ ਸੀ ਸਾਹਿਬ। ਹੁਣ ਤੱਕ ਜਿੰਨੇ ਸਿੱਧ ਮਰਦ ਨਾਲ ਆ ਕੇ ਬਹਿਸਦੇ ਰਹੇ ਆ, ਬੋਲਦੇ ਰਹੇ ਵੱਧ ਘੱਟ, ਜੋ ਦਿਲ ਚਾਹੁੰਦਾ ਸੀ ਹੰਕਾਰ ਦੇ ਭਰੇ ਸੀ, ਪਰ ਆ ਮਿਲੇ ਆ ਜੁੜੇ ਹੋਏ, ਜਿਨ੍ਹਾਂ ਨੇ ਅੰਦਰੋਂ ਆਪਣੀ ਮੈਂ ਮੁਕਾ ਕੇ ਤੂੰ ਦਾ ਜ਼ਿਕਰ ਕੀਤਾ ਏ। ਗਾਵੇ ਗਾਨ ਹਾਰ ਅਟਕਾਵੇ ਅਟਕਾਨ ਹਾਰ। ਪਾਤਸ਼ਾਹ ਗਾਉਣ ਵਾਲਾ ਆਪੇ ਹੀ ਗਾਉਂਦਾ ਏ, ਸਭ ਚੋਂ ਹੀ ਗਾਉਂਦਾ ਹੈ।
अटकाउण वाला भी वो आप ही है, किसी के सवास बंद करने वाला, सवास देने वाला तो परमेश्वर है। बंदा ना किसी को मार सकता तो ना जिउंदा कर सकता, ये बंदे के हाथ थोड़ा है। बेशक अज साडा साइंस विज्ञान ब्रह्मंड तक पहुँच गया, तरक्कियां कर गया, पर वो अंदर के ज्ञान तो सखना है, अंदर की समझ तो दूर है। गुरु बाबा जी ने जो ये बचन सुने ना, सतगुरु कहते वाह प्यारिया वाह, एडी महान अवस्था। हुण तक सिद्ध की कहते सी, बाबा नानक कन्न पड़ा मुद्रा पा साडे कोल बह, गुरु गोरख गए। मर्द की कहते सी, आदेश दिशा आदेश, आद अनील अनाद अनाहत जुग जुग एको विस। एक निरंकार नूं नमस्कार है, एक प्रभु नूं नमस्कार है। पर अज उसे प्रभु दी प्यार दी प्रीत विच भिज के चंबानाथ कहंदा मालका वो तो बिना कुछ नहीं है। ये अवस्था पता केड़ी है? कबीर तू तू करता तू हुआ, उथे बोल रहे हैं उस अवस्था तो ये जिक्र करते ने। जावे जान हर उन भाज हर भाज है। साहब जी भजन वाला भी वो आप है ते जान वाला भी आप है। दुनिया तो कोई तुर जाता, लोग कहते फलाना मर गया, बाणी कहती कौन हुआ रे कौन? सब एको ही है, सब परमात्मा ही है, वो दी रजा तो बाहर नहीं। ये चीज़ां साडे लई नहीं, असी ते दुनियावी लोग हाँ, कलयुगी हाँ। साडी बिरती च चंगा माड़ा है, साडी बिरती च मेरा मेरा है, पर यह बिरती उन्हां महापुरखां दी बंदगी वालियां दी है जिहड़े कहते सब कुछ ही दे रहा है, मेरा है ही कुछ नहीं। कहते साहब जी उस वाहिगुरू तो बिना किते कुछ नहीं, वो तो बिना कुछ नहीं है। ते इत्थे ते एक संसारी बंदा हंकार दा भरिया कहता मेरे बिना कुछ हो नहीं सकता, करके विखाओ। करता कराउंदा आप ही है, बंदे दे हाथ वस कुछ नहीं है। करे करावे आपे आप, मानो कै किश नाही हाथ। भाव इत्थे चंबानाथ ने अपनी हौमे त्यागी है। हौमे नूं छड्ड के सुख किन्ने आ? बाणी लिखदी ना तुमरी किरपा मैं सुख करे। रब दी किरपा उहदी रहमत विच किन्ने सुख ने, पर जदों असीं अपनी किरपा च तुरे फिरदे आ, अपने आप च तुरे फिरदे आ, पैर पैर ते ठोकरां ते पैर पैर ते दुख ने ते पैर पैर ते तसीहे ने। गुरु नानक साहब जी दे सन्मुख आपा सौंप के चंबानाथ कहंदे बाबा सब कुछ ओही है, सब कुछ छोड़ एक तू ही ते आया। उस परमात्मा प्यारे सज्जण दे परथाए चंबानाथ बोलदे ने। रावण नाम देव दानव ना नाम को। अवस्था तो जिक्र कीता, कहंदे ना कोई रावण ना कोई राम, ना कोई देवता ते ना कोई दैत, सब की है गोविंद है। देवते भी तू ही साजे आ, दैत भी तू ही बनाए, मनुख भी तेरे बनाए आ, जूना भी तेरियां बनाइया ने। तेरे बिना है की इत्थे? दसो है कोई रब तो बिना किते? वो अलग गल है। जिवें परसों भी मैं बेनती की सी भी आ कुदरत उस प्यारे दे प्यार च चलदी है, पर मनुख सोचदा शायद इहनूं असीं चला रहे हैं। धरती नूं चक्कर कौन दे रहा है, कौन घुमा रहा है, गति किने निर्धारित की है, गुरुत्वाकर्षण नूं किने रखिया होया स्टेबल करके, किने समुद्रां नूं अपनी मर्यादा च बन्निया होया है, उछलदे नहीं हो सदा। दिन रात किहदी रजा च चलदा है? सब रब दी रजा च, निरंकार दी रजा च। गुरु नानक साहब नूं आखण लगे बाबा मैं हौमे त्याग दित्ती, ईरखा छड़ दित्ती है, द्वैत छड़ दिता है, मैनूं हर थां ते एक वाहिगुरू नज़र आउंदा है। ते जिन्हों रब दिसदा ना सारियां च, उहनूं किसे च अवगण नहीं दिसदे हुंदे। जिहड़े ब्रह्म ज्ञानी गुरमुख प्यारे हुंदे, रब रत्तियां रूहां ने, उहनां कोल माड़ा बंदा भी आके बह जे उहदे नाल भी उदां ही गल करदे आ। बहुता चंगा आ जे उहदे नाल भी उही गल, फर्क नहीं ना कोई है। जदों ये वचन आखे ना भाई बाला कोल बैठे, कहते असीं हैरान हो गए भी इन्हां सिद्धां दे विच एडी कमाई वाले भी बैठे आ, एडे महान भी ने जिन्हां ने योग कमाया होया है। एक ही को खेल सब एक ही बराज है। आखिरी वचन कह के सिद्ध चुप हो गया। बाबा एक दा खेल है, एक ही बराज है। बेशक ये गल सुनने विच बड़ी सौखी है भी एक दा खेड है, सब कुछ एक करदा है, पर जिन्हें समझी आ ना ਉਹਦਾ जीवन लग गया, वो बिच ही समा गया, उसे दा रूप हो गया। गुरु नानक साहब महाराज ने दोने हाथ जोड़ सीस नवाया उस निरंकार नूं, क्योंकि एहो उपदेश देण सिद्धां नूं आए जिहड़े सिद्ध अपनी हौम विच सड़े बैठे आ।
जो हंकार नाल भरे हुए ने। दिसै जो पसारा सब एक न बिथारा, हम हृदय को विचारा, जाते पायो सुख राज है। साहब कहते तेरा आसन की, कहते पातशाह सब कुछ ही ओदा है, मेरा की है? कुछ भी नहीं मेरा। एक दा ही दिता सब कुछ है, एक दा ही खोया सब कुछ है, एक ने जन्म दिता है, एक विच ही समा जाना है, उसे ने रोजी दिती है। फिर मैं मेरी ते भरम ही है ना एक। मैं मन दे तल ते जो के आखा आ भी मेरा, आ भी मेरा, ओ भी मेरा, अज साडा रौला यही है। धर्म की दुनिया में भी लोग डंडा डांगा चक्की फिरदे आ, कादे लई? मेरी चौधरनी है, मेरी हौमे नूं पट्ठे नहीं पैंदे। पर गुरु बाबा जी ने किड्डी गहरी अवस्था तो समझाता, ओ बंदिया क्यों मेरी मेरी करदा फिरदा? इत्थे ते शरीर भी तेरा नहीं, आ पंज तत्त भी तेरे कहने विच नहीं, ये सब कुछ निरंकार दीयां दातां ने। जदों सतगुरां नूं कहंदा बाबा जी मैं ते एक नूं वेखदा, एक दा ही पसारा है, भाव किहड़ा है? सब गोबिंद है, सब गोबिंद है, गोबिंद बिन नहीं। एक रब वाहिगुरु परमात्मा तो बिना दूजा कोई नहीं। गोरखनाथ बैठा हैरान है, चेला मेरा सी, गुरु मैनू कहंदा है, ये किहड़ियां गल्लां करदा है? क्योंकि ये शिव शक्त दे भरम च उलझे फिरदे आ, शिव नूं शिव मन्नी जांदे आ। सतगुर कहंदे शिव निरंकार है, शक्त ओदी माया है। भाई वो अपनी माया पसार के उहने सब कुछ उलझाया होया है। जिन्हें ओदी माया दे परदे नूं चुक के वेखिया भी रब दीयां खेडां ने, मैं चलाउण वाले नाल जुड़ना है, चलण वाले नाल नहीं, माया नाल नहीं जुड़ना। माया दा पति परमात्मा ना जिहड़ा इस माया नूं खिला रहा है, चला रहा है, मैं ते ओदी रजा च रहना है, ओदे भेद विच रहना है। ते जदों ओदे भेद विच आ गया ते फिर वो भाणे च आ गया। गुरु बाबा जी ने शाबाश दित्ती। गोरखनाथ बैठा सोचदा मेरा चेला हो के मेरे तो अगे किवें हो गया। कबित मिले हर खाए सुख, पाए शीस नाई कर, भरम को मिटाए, एते भय अहलाद सो। बड़े अदब सहित चंबानाथ उठ के आए, गुरु बाबा गुरु नानक साहब जी दे चरनां ते सीस नवाया, मत्था टेकिया, नमस्कार कीती। साहिबा ने सीस ते हथ रखिया। सतगुरु कहंदे एक हो जाओ, एक निरंकार दा रूप हो गए। क्योंकि शरीर करके भावे दो ने पर अंदरों एकमेक हो गए। ऐसी एकाग्रता, ऐसा आनंद, ऐसा रस अंदरों बज गया। चंबानाथ सिद्धां तो पिछे जाके चुप चपीते बह गए। पर कुछ हंकार दे भरे सिद्ध वो ये चाहते आ किवें ना किवें असीं गुरु नानक पातशाह नूं झुका दईए। क्योंकि उन्हां लई गुरु नहीं, उन्हां लई वो रब नहीं, वो ते बच्चा बच्चा बालक बालक कह के बोलदे। क्योंकि जदों बंदे दे सिर नूं हंकार चढ़दा ना, ਉਹਨੂੰ ना ਵੱਡਾ दिसे ना छोटा दिसे ना चंगा दिसे ना बुरा दिसे, ਉਹ ਕਹਿੰਦਾ बस मैं ही हाँ सब कुछ। ਹੁਣ ਗੁਰੂ ਸਾਹਿਬ ਦੇ ਨੇੜੇ ਉਹ ਸਿੱਧ ਵੀ ਆਉਣਾ ਚਾਹੁੰਦੇ ਆ ਵੀ ਅਸੀਂ ਆਈਏ। ਕਿਉਂਕਿ ਉਹਨਾਂ ਹੁਣ ਕੱਲ ਤੋਂ ਕਰਾਮਾਤਾਂ ਵਰਤਾਉਣੀਆਂ ਸ਼ੁਰੂ ਕਰ ਦੇਣੀਆਂ। ਉਹ ਕਰਾਮਾਤਾਂ ਦੀ ਖੇਡ ਖੇਡਣਗੇ ਵੀ ਕਿਵੇਂ ਨਾ ਅਸੀਂ ਇਹਨਾਂ ਨੂੰ ਇਦਾਂ ਚੁਕਾ ਲਈਏ। ਜੇ ਬਚਨਾਂ ਨਾਲ ਨਹੀਂ ਹਰਾ ਸਕਦੇ, ਕਿਸੇ ਸ਼ਕਤੀ ਨਾਲ ਹਰਾ ਦਿੰਦੇ ਆ। ਜਿਵੇਂ ਜਿਵੇਂ ਸਤਿਗੁਰੂ ਇਹਨਾਂ ਦੇ ਭਰਮ ਕੱਟਣਗੇ, ਇਹਨਾਂ ਦੇ ਪਖੰਡ ਖੋਲਣਗੇ ਪਰਦੇ, ਕੱਲ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।